ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਤੇ ਅੱਜ ਦੀ ਸਭ ਤੋਂ ਵੱਡੀ ਖਬਰ ਕਿਸਾਨਾਂ ਵੱਲੋਂ ਆਪਣੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਦਿੱਲੀ ਕੂਚ ਨੂੰ ਲੈ ਕੇ ਅੱਜ ਸ਼ੁਰੂਆਤ ਕੀਤੀ ਗਈ ਸੀ, ਜਿਸ ਦੇ ਵਿੱਚ ਪੰਜਾਬ ਤੇ ਹਰਿਆਣੇ ਦੇ ਭਾਰੀ ਗਿਣਤੀ ਦੇ ਵਿੱਚ ਕਿਸਾਨ ਸਾਰੇ ਦਿੱਲੀ ਕੂਚ ਕਰ ਰਹੇ ਸਨ। ਪੰਜਾਬ ਦੇ ਵਿੱਚੋਂ ਜਿਨ੍ਹਾਂ ਕਿਸਾਨਾਂ ਨੇ ਦਿੱਲੀ ਕੂਚ ਕਰਨਾ ਸੀ ਉਹਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਹਰਿਆਣੇ ਦੇ ਹਰ ਬਾਰਡਰ ਦੇ ਉੱਤੇ ਰੋਕਣ ਦੀ ਪੂਰਜ਼ੋਰ ਕੋਸ਼ਿਸ਼ ਕੀਤੀ ਗਈ ਤੇ ਇਸੇ ਨੂੰ ਲੈ ਕੇ ਦੈਨਿਕ ਸਵੇਰਾ ਤੁਹਾਨੂੰ ਸਵੇਰ ਤੋਂ ਹੀ ਲੈ ਕੇ ਹੁਣ ਤੱਕ ਦੀ ਪੂਰੀ ਰਿਪੋਰਟ ਦਿਖਾ ਰਿਹਾ ਸੀ ਤੇ ਹੁਣ ਅੱਜ ਤੁਹਾਨੂੰ ਅਸੀਂ ਦੱਸਾਂਗੇ ਸਾਰੇ ਦਿਨ ਤੋਂ ਲੈ ਕੇ ਹੁਣ ਤੱਕ ਦਾ ਕਿਸਾਨਾਂ ਦਾ ਅੰਦੋਲਨ ਕਿਸ ਤਰ੍ਹਾਂ ਦਾ ਰਿਹਾ ਤੇ ਇਸ ਦਾ ਸਰਕਾਰ ਤੇ ਕੀ ਅਸਰ ਪੈਣ ਵਾਲਾ ਹੈ। ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸੀਨੀਅਰ ਜਰਨਲਿਸਟ ਵਿਨੇ ਰਾਣਾ ਜੀ, ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਸਾਰੇ ਮਸਲੇ ਤੇ ਸਾਰੇ ਪ੍ਰਦਰਸ਼ਨ ਤੇ ਇੱਕ ਪੈਣੀ ਨਜ਼ਰ ਰੱਖੀ ਹੋਈ ਸੀ ਤੇ ਉਹਨਾਂ ਤੋਂ ਜਾਣਦੇ ਹਾਂ ਅੱਜ ਦਾ ਪ੍ਰਦਰਸ਼ਨ ਕਿਸਾਨਾਂ ਦਾ ਕਿੱਦਾਂ ਲਿਆ। ਜੀ ਸਰ, ਕਿਸ ਤਰ੍ਹਾਂ ਨੂੰ ਦੇਖ ਰਹੇ ਹੋ ਤੁਸੀਂ ਅੱਜ ਦੇ ਇਸ ਪ੍ਰਦਰਸ਼ਨ ਨੂੰ? ਪ੍ਰਦਰਸ਼ਨ ਤਾਂ ਪਹਿਲਾਂ ਵੀ ਹੁੰਦੇ ਰਹੇ ਨੇ, ਕੋਈ ਨਵੀਂ ਗੱਲ ਨਹੀਂ ਹੈ, ਲੇਕਿਨ ਅੱਜ ਇਸ ਵਾਰ ਜਿਹੜਾ ਕਿਸਾਨਾਂ ਦਾ ਪ੍ਰਦਰਸ਼ਨ ਸੀਗਾ, ਹਾਲਾਂਕਿ ਕਾਫੀ ਦੇਰ ਪਹਿਲਾਂ 52-53 ਦਿਨ ਤੋਂ ਪਹਿਲਾਂ ਦਾ ਚੱਲ ਰਿਹਾ, ਲੇਕਿਨ ਅੱਜ ਜਿਹੜਾ 2 ਦਿਨ ਦਾ ਇਹਨਾਂ ਨੇ ਅਲਟੀਮੇਟਮ ਦਿੱਤਾ ਸੀਗਾ ਕਿ ਅਸੀਂ 26-27 ਨੂੰ ਦਿੱਲੀ ਪਹੁੰਚ ਕੇ ਦਿੱਲੀ ਨੂੰ ਘੇਰਾਂਗੇ, ਦਿੱਲੀ ਨੂੰ ਡਿਸਟਰਬ ਕਰਾਂਗੇ ਤਾਂ ਕਿ ਮੋਦੀ ਜਿਹੜੇ ਪ੍ਰਧਾਨ ਮੰਤਰੀ ਮੋਦੀ ਹੈਗੇ ਆ ਉਹਨਾਂ ਦਾ ਧਿਆਨ ਜਿਹੜਾ ਹੈਗਾ ਉਹ ਪੰਜਾਬ ਦੇ ਕਿਸਾਨਾਂ ਵੱਲ ਜਾਵੇ। ਅੱਜ ਜਦੋਂ ਇਹਨਾਂ ਨੇ ਕੂਚ ਕੀਤਾ, ਹਾਲਾਂਕਿ ਕੂਚ ਤਾਂ ਇਹਨਾਂ ਨੇ ਕੱਲ੍ਹ ਸ਼ਾਮ ਤੋਂ ਹੀ ਕਰਨਾ ਸ਼ੁਰੂ ਕਰ ਦਿੱਤਾ ਸੀਗਾ, ਲੇਕਿਨ ਕਿਉਂਕਿ ਹਰਿਆਣਾ ਵਿੱਚ ਪੈਂਦਾ ਹੈ, ਹਰਿਆਣਾ ਵਿੱਚ ਜ਼ਰੂਰੀ ਹੈ ਕਿਉਂਕਿ ਦਿੱਲੀ ਪਹੁੰਚਣ ਵਾਸਤੇ ਹਰਿਆਣਾ ਕ੍ਰਾਸ ਕਰਨਾ ਹੀ ਪੈਣਾ ਔਰ ਕਿਸਾਨਾਂ ਦੀ ਇਹ ਕਹਿ ਲਓ ਕਿ ਬਦਕਿਸਮਤੀ ਹੈ ਕਿ ਹਰਿਆਣਾ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਬੀਜੇਪੀ ਦੀ ਹੈ। ਬੀਜੇਪੀ ਨੇ ਪਹਿਲਾਂ ਹੀ ਪੂਰੇ ਇੰਤਜ਼ਾਮ ਕੀਤੇ ਹੋਏ ਸੀਗੇ, ਜਿੰਨੇ ਵੀ ਪੰਜਾਬ ਦੇ ਨਾਲ ਲੱਗਦੇ ਜਿਹੜੇ ਹਰਿਆਣੇ ਦੇ ਬਾਰਡਰ ਹੈ ਜਿੱਥੋਂ ਹਰਿਆਣਾ 'ਚ ਪ੍ਰਵੇਸ਼ ਕੀਤਾ ਜਾ ਸਕਦਾ, ਐਂਟਰੀ ਕੀਤੀ ਜਾ ਸਕਦੀ ਹੈ, ਉਹ ਸਾਰੇ ਬਾਰਡਰ ਜਿੱਦਾਂ ਸ਼ੰਭੂ ਬਾਰਡਰ ਹੋ ਗਿਆ, ਖਨੌਰੀ ਬਾਰਡਰ ਹੋ ਗਿਆ ਔਰ ਸਰਦੂਲਗੜ੍ਹ ਸਾਈਡ 'ਤੇ ਹੋ ਗਿਆ, ਜਿੰਨੇ ਵੀ ਜਿਹੜੇ ਹੈਗੇ ਆ ਬਾਰਡਰ ਹੈਗੇ ਉਹ ਸਾਰੇ ਉਹਨਾਂ ਨੇ ਰੋਕੇ ਹੋਏ ਸੀਗੇ। ਲੇਕਿਨ ਕਾਫੀ ਜੱਦੋ ਜਹਿਦ ਤੋਂ ਬਾਅਦ ਕਿਸਾਨ ਵੀ ਡਟੇ ਹੋਏ ਸੀਗੇ ਤੇ ਅੱਗੋਂ ਉਹਦਾ ਪੁਲਿਸ ਦੇ ਇੰਤਜ਼ਾਮ ਵੀ ਬਹੁਤ ਜ਼ਿਆਦਾ ਸੀਗੇ ਕਿਉਂਕਿ ਉਹਨਾਂ ਨੇ ਕਾਫੀ ਹੱਦ ਤੱਕ ਜਿਹੜੀ ਪੈਰਾਮਿਲਟਰੀ ਫੋਰਸ ਵੀ ਲਗਾਈ ਹੋਈ ਸੀਗੀ। ਪੁਲਿਸ ਨੇ ਆਪਣੀ ਫੋਰਸ ਤਾਂ ਲਗਾਈ ਹੋਈ ਸੀ, ਪੈਰਾਮਿਲਟਰੀ ਫੋਰਸ ਵੀ ਲਗਾਈ ਸੀ, ਡੀਐਸਪੀ ਲੈਵਲ ਦੇ ਬਹੁਤ ਸਾਰੇ ਅਫਸਰ ਜਿਹੜੇ ਹੈਗੇ ਆ ਉਹ ਉੱਥੇ ਜਿਹੜੇ ਹੈਗੇ ਆ ਆਪਣੀ ਡੀਆਈਜੀ ਵੀ ਆਏ ਹੋਏ ਸੀਗੇ, ਲੇਕਿਨ ਡੀਐਸਪੀ ਤਾਂ ਉੱਥੇ ਮੌਕੇ 'ਤੇ ਖੜੇ ਰਹੇ। ਜਿੰਨੇ ਸਪੌਟ ਸੀਗੇ, ਜਿੰਨੇ ਵੀ ਉੱਥੇ ਸੀਗੇ ਸਾਰੇ ਡਿਪਲੋਏ ਡੀਐਸਪੀ ਉਹ ਉੱਥੇ ਡਾਇਰੈਕਸ਼ਨ ਦੇ ਰਹੇ ਸੀਗੇ ਔਰ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ। ਲੇਕਿਨ ਕਿਸਾਨਾਂ ਨੇ ਜਿੰਨੇ ਵੀ ਬਾਰਡਰ ਸੀਗੇ ਸਾਰਿਆਂ 'ਤੇ ਜਾ ਕੇ ਆਪਣੇ ਬੈਰੀਕੇਡ ਜਿਹੜੇ ਹੈਗੇ ਉਹ ਚੁੱਕ ਕੇ ਕਈ ਥਾਵਾਂ 'ਤੇ ਬੈਰੀਕੇਡ ਚੁੱਕ ਕੇ ਉਹਨਾਂ ਨੇ ਨਹਿਰਾਂ 'ਚ ਸਿੱਟ ਦਿੱਤੇ, ਚੁੱਕ ਕੇ ਮਾਰੇ ਬੈਰੀਕੇਡ। ਔਰ ਹਾਲਾਂਕਿ ਜਿਹੜੇ ਵਾਟਰ ਕੈਨਨ ਸੀਗੇ, ਵਾਟਰ ਕੈਨਨ ਦੇ ਬਾਵਜੂਦ ਉਹ ਕਿਸਾਨ ਜਿਹੜੇ ਆ ਉਹ ਰੁਕੇ ਨਹੀਂ ਔਰ ਅਲਟੀਮੇਟਲੀ ਜਿਹੜਾ ਫੈਸਲਾ ਬਾਅਦ 'ਚ ਉਹ ਇਹ ਕਰਨਾ ਪਿਆ ਕਿ ਸ਼ੰਭੂ ਬਾਰਡਰ ਨੂੰ ਖੋਲ੍ਹ ਦਿੱਤਾ ਗਿਆ, ਜਿੱਥੋਂ ਉਹ ਬੜੇ ਆਰਾਮ ਨਾਲ ਅੱਗੇ ਵਧ ਗਏ। ਲੇਕਿਨ ਉਹਨਾਂ ਨੇ ਹੁਣ 7 ਦਿਨ ਦਾ ਅਲਟੀਮੇਟਮ ਜਿਹੜਾ ਹੈਗਾ ਕਿਸਾਨਾਂ ਨੇ ਦਿੱਤਾ ਹੋਇਆ ਕਿ 7 ਦਿਨ 'ਤੇ ਜੇ ਕੇਂਦਰ ਸਰਕਾਰ ਕੋਈ ਸੁਣਵਾਈ ਨਹੀਂ ਕਰਦੀ ਤਾਂ ਅਗਲਾ ਐਕਸ਼ਨ ਲਿਆ ਜਾਵੇਗਾ। ਸਰ, ਮੈਂ ਇੱਥੇ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਜਦੋਂ ਇਹ ਦਿੱਲੀ ਕੂਚ ਸ਼ੁਰੂ ਕਰਨਾ ਸੀਗਾ ਕਿਸਾਨਾਂ ਨੇ, ਉਦੋਂ ਕਿਸਾਨਾਂ ਵੱਲੋਂ ਦੱਸਿਆ ਗਿਆ ਸੀਗਾ ਕਿ ਜਿੱਥੇ ਵੀ ਸਾਨੂੰ ਰੋਕਣਗੇ, ਚੇਤਾਵਨੀ ਸੀਗੀ ਜਿੱਥੇ ਵੀ ਸਾਨੂੰ ਰੋਕਿਆ ਜਾਏਗਾ ਅਸੀਂ ਉੱਥੇ ਧਰਨਾ ਲਵਾਂਗੇ। 50 ਦਿਨਾਂ ਤੋਂ ਹੁਣ ਤੱਕ ਦਾ ਜਿਹੜਾ ਪ੍ਰਦਰਸ਼ਨ ਸ਼ਾਂਤਮਈ ਚੱਲਦਾ ਰਿਹਾ। ਅੱਜ ਜਦੋਂ ਉਹਨਾਂ ਨੂੰ ਰੋਕਿਆ ਗਿਆ, ਉਹਨਾਂ ਨੇ ਧਰਨਾ ਲਾਉਣ ਦੀ ਬਜਾਏ ਜਿਹੜੇ ਸੀਗੇ ਆਪਣੇ ਬੈਰੀਕੇਡ ਸੀਗੇ, ਪੁਲਿਸ ਦੀਆਂ ਗੱਡੀਆਂ ਸੀਗੀਆਂ, ਉਹਨਾਂ ਨੂੰ ਤੋੜਿਆ ਤੇ ਉੱਥੋਂ ਜਾਣ ਦੀ ਕੋਸ਼ਿਸ਼ ਕੀਤੀ। ਇਹਦੇ ਪਿੱਛੇ ਕੀ ਕਾਰਨ ਸਮਝੋ ਕਿ ਜੋ ਪਹਿਲਾਂ ਉਹਨਾਂ ਨੇ ਚੇਤਾਵਨੀ ਦਿੱਤੀ ਸੀ ਉਹਦੇ ਤੇ ਉਹ ਖੜੇ ਨਹੀਂ ਉਤਰੇ ਕਿ ਅਸੀਂ ਸ਼ਾਂਤੀਮਈ ਕਰਾਂਗੇ, ਉੱਥੇ ਬੈਠ ਜਾਵਾਂਗੇ ਅਨੁਮਿਤ ਸਮੇਂ ਲਈ, ਬਟ ਉਹਨਾਂ ਨੂੰ ਫਿਰ ਵੀ ਆਪਣਾ ਉਗਰ ਜਿਹੜਾ ਪ੍ਰਦਰਸ਼ਨ ਸੀ ਉਹ ਦਿਖਾਉਣਾ ਕਿਉਂ ਪਿਆ? ਇਸ ਦੀ ਵਜ੍ਹਾ ਜੋ ਮੈਂ ਮੰਨਦਾ ਉਹ ਇਹ ਹੈ ਕਿ ਪੰਜਾਬ 'ਚ ਬੈਠ ਕੇ ਜਿਹੜੇ ਉਹ ਪ੍ਰਦਰਸ਼ਨ ਕਰ ਰਹੇ ਸੀਗੇ, ਹਾਲਾਂਕਿ ਉਹਨਾਂ ਨੇ ਨੈਸ਼ਨਲ ਪ੍ਰੋਪਰਟੀਜ਼ ਜਿੱਦਾਂ ਰੇਲ ਗੱਡੀਆਂ ਹੈਗੀਆਂ ਉਹ ਵੀ ਰੋਕੀਆਂ ਔਰ ਉਹਦੇ ਨਾਲ ਜਿਹੜੀ ਗੱਲ ਹੈ ਸਿੱਧੀ ਉਹ ਸੈਂਟਰ ਸਰਕਾਰ ਤੱਕ ਪਹੁੰਚਦੀ ਹੈ। ਲੇਕਿਨ ਉਹਨਾਂ ਨੂੰ ਇਹ ਲੱਗਾ ਕਿ ਜਦ ਤੱਕ ਅਸੀਂ ਪੰਜਾਬ ਦੇ ਬਾਰਡਰ ਤੋਂ ਬਾਹਰ ਨਿਕਲ ਕੇ ਦਿੱਲੀ ਵੱਲ ਕੂਚ ਨਹੀਂ ਕਰਾਂਗੇ, ਹਾਲਾਂਕਿ ਇਹ ਦਿੱਲੀ ਪਹੁੰਚੇ ਨਹੀਂ ਹੈਗੇ ਉਹ, ਲੇਕਿਨ ਹਰਿਆਣਾ ਬਾਰਡਰ 'ਤੇ ਜਿਹੜਾ ਉਹਨਾਂ ਨੂੰ ਰੋਕਿਆ ਗਿਆ, ਜੋ ਉੱਥੇ ਜੱਦੋ ਜਹਿਦ ਹੋਈ ਹੈ, ਜੋ ਆਪਸੀ ਟਕਰਾਅ ਹੋਇਆ ਪੁਲਿਸ ਦਾ ਤੇ ਕਿਸਾਨਾਂ ਦਾ, ਉਹਨੇ ਜਿਹੜੀ ਆਵਾਜ਼ ਹੈ ਉਹ ਸਿਰਫ ਦਿੱਲੀ ਤੱਕ ਹੀ ਨਹੀਂ, ਦਿੱਲੀ ਤੋਂ ਵੀ ਪਰਾਂ ਤੱਕ ਪਹੁੰਚਾ ਦਿੱਤੀ ਹੈ। ਇਹੀ ਇਹ ਲੋਕ ਚਾਹੁੰਦੇ ਸੀਗੇ ਕਿ ਅਸੀਂ ਇੰਨੇ ਦਿਨਾਂ ਸ਼ਾਂਤੀਮਈ ਪ੍ਰਦਰਸ਼ਨ ਕਰ ਰਹੇ ਹਾਂ, ਉਹ ਪ੍ਰਦਰਸ਼ਨ ਜਿਹੜਾ ਹੈਗਾ ਉਹ ਲੱਗਦਾ ਸੀਗਾ ਇਹਨਾਂ ਨੂੰ ਕਿ ਵੀ ਜਿਹੜੀ ਕੇਂਦਰ ਸਰਕਾਰ ਹੈਗੀ ਉਹਦੇ ਕੰਨਾਂ ਤੱਕ ਪਹੁੰਚ ਨਹੀਂ ਰਿਹਾ। ਤੇ ਅੱਜ ਜਿਹੜਾ ਪਹਿਲਾਂ 2 ਦਿਨ ਦਾ ਜਿਹੜਾ ਅਲਟੀਮੇਟਮ ਉਹਨਾਂ ਨੇ ਦਿੱਤਾ, ਅਲਟੀਮੇਟਮ ਦੇਣ ਦੇ ਨਾਲ ਹੀ ਕੇਂਦਰ ਨੇ ਔਰ ਹਰਿਆਣਾ ਸਰਕਾਰ ਨੇ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਸੀਗੀਆਂ। ਚੰਡੀਗੜ੍ਹ ਦੀ ਸਾਈਡ ਵੀ ਜ਼ੀਰਕਪੁਰ ਤੋਂ ਜਿਹੜਾ ਬਾਰਡਰ ਅੰਦਰ ਨੂੰ ਜਾਂਦਾ, ਉਦੋਂ ਚੰਡੀਗੜ੍ਹ ਜਿਹੜੀ ਪੁਲਿਸ ਸੀਗੀ ਉਹ ਵੀ ਅਲਰਟ ਸੀਗੀ, ਨਾ ਕਿ ਹਰਿਆਣਾ ਦੀ ਪੁਲਿਸ, ਚੰਡੀਗੜ੍ਹ ਪੁਲਿਸ ਵੀ ਪੂਰੀ ਤਰ੍ਹਾਂ ਅਲਰਟ ਸੀਗੀ।
ਤੇ ਇਸ ਦੇ ਨਾਲ ਹੀ ਜੇ ਆਪਾਂ ਹੁਣ ਰਾਜਨੀਤੀ ਦੀ ਗੱਲ ਕਰੀਏ, ਇਸ ਪ੍ਰਦਰਸ਼ਨ ਦੇ ਉੱਤੇ ਮਨੋਹਰ ਲਾਲ ਖੱਟਰ ਜਿਹੜੇ ਮੁੱਖ ਮੰਤਰੀ ਨੇ ਹਰਿਆਣਾ ਦੇ, ਉਹਨਾਂ ਨੇ ਪੰਜਾਬ ਦੇ ਸੀਐਮ ਤੇ ਕੜੇ ਨਿਸ਼ਾਨੇ ਸਾਧੇ। ਉਹਨਾਂ ਨੂੰ ਕਿਹਾ ਕਿ ਇਹ ਜਿੰਨੇ ਲੋਕ ਹੈਗੇ ਸਾਰੇ ਭੜਕਾਏ ਹੋਏ ਨੇ। ਤੇ ਉਹਦੇ ਬਾਰੇ ਤੁਸੀਂ ਕੀ ਸੋਚਦੇ ਕਿ ਉਹ ਆਪਣੀ ਸਿਆਸੀਆਂ ਰੋਟੀਆਂ ਸੇਕ ਰਹੇ ਨੇ ਇਹ ਪ੍ਰਦਰਸ਼ਨ ਨੂੰ ਲੈ ਕੇ, ਜਾਂ ਫਿਰ ਸੱਚਮੁੱਚ ਕਿਸਾਨਾਂ ਨੂੰ ਉਹ ਸਮਝਾਉਣ ਦੀ ਗੱਲ ਕਰ ਰਹੇ ਨੇ ਤੇ ਜਿਹੜੇ ਸੀਐਮ ਕੈਪਟਨ ਨੇ ਉਹ ਕਿਸਾਨਾਂ ਦੇ ਨਾਲ ਖੜੇ ਨੇ? ਇਸ ਤਰ੍ਹਾਂ ਹੈ ਕਿ ਜਦੋਂ ਦੋ ਸੂਬਿਆਂ 'ਚ ਵਿੱਚ ਸਰਕਾਰ ਵੱਖਰੀ ਵੱਖਰੀ ਹੋਵੇ ਜੀ ਔਰ ਸਿਆਸੀ ਮਾਹੌਲ ਗਰਮ ਹੋਵੇ, ਉਦੋਂ ਤਲਖੀ ਹੋਈ ਜਾਂਦੀ ਹੈ। ਇਹ ਟਵਿੱਟਰ ਵਾਰ ਜਿਹੜੀ ਹੈਗੀ ਹੈ, ਇਹ ਖੱਟਰ ਸਾਹਿਬ ਜਿਹੜੇ ਹੈਗੇ ਆ ਉਹ ਬੀਜੇਪੀ ਦੇ ਨੇ ਸੀਐਮ, ਤੇ ਕੈਪਟਨ ਸਾਹਿਬ ਜਿਹੜੇ ਹੈਗੇ ਆ ਉਹ ਕਾਂਗਰਸ ਦੇ ਸੀਐਮ ਨੇ। ਤੇ ਜ਼ਾਹਿਰ ਹੈ ਕਿ ਜਦੋਂ ਇਹਨਾਂ ਨੇ ਆਪਣੀ ਪਾਰਟੀ ਦੇ ਹੱਕ ਦੀ ਗੱਲ ਕਰਨੀ, ਉਹਨਾਂ ਨੇ ਆਪਣੀ ਪਾਰਟੀ ਦੇ ਹੱਕ ਦੀ ਗੱਲ ਕਰਨੀ ਹੈ। ਉਹ ਕਹਿੰਦੇ ਕਿ ਜਿਹੜੇ ਅਸੀਂ ਕਾਨੂੰਨ ਲਿਆਂਦੇ ਆ 3 ਉਹ ਕਿਸਾਨਾਂ ਦੇ ਹੱਕ 'ਚ ਨੇ, ਤੇ ਕਾਂਗਰਸ ਕਹਿੰਦੀ ਕਿ ਕਿਸਾਨਾਂ ਦੇ ਖਿਲਾਫ ਨੇ। ਹੁਣ ਇਹ ਤਾਂ ਕਿਸਾਨਾਂ ਨੇ ਸੋਚਣਾ, ਜਾਂ ਆੜਤੀਆਂ ਨੇ, ਜਾਂ ਜਿਹੜੇ ਹੋਰ ਵਪਾਰੀ ਹੈਗੇ ਉਹਨਾਂ ਨੇ ਦੇਖਣਾ ਹੈ ਕਾਨੂੰਨ ਪੂਰਾ ਪੜ੍ਹ ਕੇ ਕਿ ਵਾਕਈ ਹੱਕ 'ਚ ਨੇ ਕਿ ਖਿਲਾਫ ਨੇ। ਇਹ ਤਾਂ ਪੋਲੀਟੀਸ਼ੀਅਨਸ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਕੇਂਦਰ ਨੇ ਕਾਨੂੰਨ ਬਣਾਏ ਆ, ਉਹਨਾਂ ਨੇ ਹੀ ਅਮੈਂਡਮੈਂਟ ਕਰਨੀ ਹੈ। ਜੇ ਤਾਂ ਮਤਲਬ ਪ੍ਰੈਸ਼ਰ ਬਣਿਆ ਤੇ ਉਹ ਹੀ ਅਮੈਂਡਮੈਂਟ ਕਰਨਗੇ, ਉਹ ਸਟੇਟ ਗਵਰਨਮੈਂਟ ਕੁਝ ਨਹੀਂ ਕਰ ਸਕਦੀ ਉਹਦੇ 'ਚ। ਇਸੇ ਕਰਕੇ ਜਿਹੜੇ ਕਿਸਾਨ ਹੈ ਉਹ ਦਿੱਲੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ। ਤੇ ਇਹ ਤਲਖੀ ਜਿਹੜੀ ਹੈਗੀ ਹੈ ਇਹ ਸਿਆਸੀ ਤਲਖੀ ਹੈ। ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਮਨੋਹਰ ਲਾਲ ਖੱਟਰ ਦੇ ਕਿਤੇ ਵੈਰੀ ਨੇ ਕੈਪਟਨ, ਜਾਂ ਕੈਪਟਨ ਮਨੋਹਰ ਲਾਲ ਖੱਟਰ ਕੈਪਟਨ ਦੇ ਵੈਰੀ ਨੇ। ਇਹ ਇੱਕ ਸਿਆਸੀ ਤਲਖੀ ਹੈ, ਪਾਰਟੀਬਾਜ਼ੀ ਹੈ। ਇਹ ਕੁਝ ਇਹਨੂੰ ਇਹ ਨਹੀਂ ਆਪਾਂ ਕਹਿ ਸਕਦੇ ਕਿ ਜਦੋਂ ਪੰਜਾਬ, ਹਾਲਾਂਕਿ ਉਹ 'ਚ ਹਰਿਆਣਾ ਦੇ ਕਿਸਾਨ ਵੀ ਸੀਗੇ ਤੇ ਜੇ ਹਰਿਆਣਾ ਦੇ ਕਿਸਾਨ ਸੀਗੇ ਤੇ ਫਿਰ ਮਨੋਹਰ ਲਾਲ ਖੱਟਰ ਸਿਰਫ ਕੈਪਟਨ ਨੂੰ ਹੀ ਕਿਉਂ ਕਹਿ ਰਹੇ ਆ? ਕੈਪਟਨ ਨੂੰ ਹੀ ਕਿਉਂ ਕਹਿ ਰਹੇ ਆ? ਕਿਉਂਕਿ ਜੇ ਹਰਿਆਣਾ ਦੇ ਕਿਸਾਨ ਹੈ ਤਾਂ ਉਹਨਾਂ ਨੂੰ ਕਿਉਂ ਨਹੀਂ ਰੋਕ ਲਏ? ਇਸ ਕਰਕੇ ਇਹ ਸਿਆਸੀ ਬਿਆਨਬਾਜ਼ੀ ਹੈ, ਇਹ ਚੱਲਦੀ ਰਹਿੰਦੀ ਹੈ, ਕੋਈ ਨਵੀਂ ਗੱਲ ਨਹੀਂ ਹੈਗੀ। ਤੇ ਹੁਣ ਜਿਹੜੀਆਂ ਤਾਜ਼ੀਆਂ ਤਸਵੀਰਾਂ ਸਾਹਮਣੇ ਆਈਆਂ ਦਿੱਲੀ ਬਾਰਡਰ ਦੀਆਂ, ਜਿੱਥੇ ਕਿ ਭਾਰੀ ਮਿਲਟਰੀ ਫੋਰਸ ਲਗਾਈ ਗਈ ਹੈ, ਵੱਡੇ ਵੱਡੇ ਟਰੱਕ ਰੇਤਾ ਦੇ ਭਰ ਕੇ ਖੜੇ ਕਰ ਦਿੱਤੇ ਗਏ ਤਾਂ ਕਿ ਪਾਣੀਪਤ ਪਹੁੰਚ ਚੁੱਕੇ ਨੇ, ਪਾਣੀਪਤ ਤੋਂ ਦਿੱਲੀ ਐਂਟਰ ਨਾ ਹੋ ਸਕਣ। ਕਿ ਤੁਹਾਨੂੰ ਲੱਗਦਾ ਹੈ ਹੁਣ ਜੋ ਸਵੇਰ ਦੀ ਕੰਡੀਸ਼ਨ ਰਹੀ ਉਹਦੇ ਨਾਲ ਸਵੇਰੇ 8 ਵਜੇ ਕਿਸਾਨਾਂ ਨੇ ਕੂਚ ਕਰਨਾ, ਤੇ ਅੱਜ ਦੀ ਕੰਡੀਸ਼ਨ ਨੂੰ ਦੇਖਦੇ ਹੋਏ ਕੱਲ ਦੀ ਕੰਡੀਸ਼ਨ ਨੂੰ ਤੁਸੀਂ ਕਿੱਦਾਂ ਦਾ ਅੰਦਾਜ਼ਾ ਲਗਾਉਂਦੇ ਹੋ ਕਿ ਜੇ ਅੱਜ ਇੱਥੋਂ ਦੀ ਹਰਿਆਣਾ ਟੱਪ ਸਕਦੇ ਨੇ ਕਿ ਦਿੱਲੀ ਦੇ ਐਂਟਰ ਹੋਣ ਦੇ ਕਿੰਨੇ ਕੁ ਚਾਂਸਿਸ ਲੱਗਦੇ ਨੇ ਕਿ ਵੱਡਾ ਟਕਰਾਅ ਸਾਹਮਣੇ ਹੋ ਸਕਦਾ ਦਿੱਲੀ ਦੇ ਨਾਲ ਤੇ ਕਿਸਾਨਾਂ ਦੇ ਵਿੱਚ, ਜਾਂ ਫਿਰ ਉੱਥੇ ਹੋਰ ਕੀ ਸਖਤੀ ਹੋ ਸਕਦੀ? ਤੁਹਾਡਾ ਕੀ ਅੰਦਾਜ਼ਾ ਅੱਜ ਤੱਕ ਦਾ, ਹੁਣ ਜੋ ਤੁਸੀਂ ਅੱਜ ਸਵੇਰ ਤੋਂ ਹੀ ਗਰਾਊਂਡ ਰਿਪੋਰਟ ਤੇ ਜੁੜੇ ਹੋਏ ਸੀਗੇ, ਤੇ ਹੁਣ ਤੱਕ ਤੁਹਾਨੂੰ ਕੀ ਲੱਗ ਰਿਹਾ? ਦੇਖੋ, ਹਰਿਆਣਾ ਉਹ ਕ੍ਰਾਸ ਕਰ ਗਏ ਨੇ ਜੀ, ਤੇ ਹਰਿਆਣੇ ਦੇ ਬਿਲਕੁਲ ਨਾਲ ਦਿੱਲੀ ਲੱਗਦੀ ਹੈ। ਹਰਿਆਣੇ ਤੋਂ ਬਹੁਤਾ ਦੂਰ ਨਹੀਂ ਹੈਗੀ, ਪਾਣੀਪਤ ਤੋਂ ਕੋਈ ਦਿੱਲੀ ਦੂਰ ਨਹੀਂ ਹੈਗੀ। ਜੀ ਬਿਲਕੁਲ। ਤੇ ਜੇ ਉਹਨੂੰ ਪੁਲਿਸ ਉੱਥੇ ਵੀ ਰੋਕਦੀ ਹੈ, ਦਿੱਲੀ ਦੇ ਵਿੱਚ ਪੁਲਿਸ ਰੋਕਦੀ ਹੈ, ਤੇ ਹੋ ਸਕਦਾ ਕਿ ਹਰਿਆਣੇ ਵਰਗਾ ਹੀ ਮਾਹੌਲ ਬਣ ਜਾਵੇ। ਕਿਉਂਕਿ ਦਿੱਲੀ ਦੇ ਵਿੱਚ ਸਰਕਾਰ ਸਿਰਫ ਇਸ ਕਰਕੇ ਨਹੀਂ ਰੋਕ ਰਹੀ ਹੈ ਕਿ ਵੀ ਕਿਸਾਨਾਂ ਨੂੰ ਇੱਥੇ ਰੋਕ ਕੇ ਜਾਂ ਉਹਨਾਂ ਦੀ ਗੱਲ ਮੰਨਣ ਲਈ ਸਾਨੂੰ ਮਜਬੂਰ ਹੋਣਾ ਪਏਗਾ। ਮਜਬੂਰੀ ਵਾਲੀ ਕੋਈ ਗੱਲ ਨਹੀਂ ਹੈਗੀ। ਦਿੱਲੀ ਇੱਕ ਇੱਦਾਂ ਦਾ ਕੇਂਦਰ ਹੈਗਾ ਹਿੰਦੁਸਤਾਨ ਦਾ, ਜਿੱਥੇ ਪੂਰੇ ਹਿੰਦੁਸਤਾਨ ਤੋਂ ਨਹੀਂ ਬਲਕਿ ਪੂਰੇ ਵਰਲਡ ਤੋਂ ਵਪਾਰੀ ਲੋਕ ਜਿਹੜੇ ਹੈਗੇ ਆਪਣੇ ਕੰਮਾਂ ਲਈ ਆਉਂਦੇ ਆ, ਔਰ ਬਹੁਤ ਜ਼ਿਆਦਾ ਭੀੜ ਭੜੱਕੇ ਵਾਲਾ ਸ਼ਹਿਰ ਹੈ ਉਹ। ਯਾਨੀ ਉੱਥੇ ਜੇ ਇੱਕ ਸੜਕ ਰੋਕ ਲਈ ਜਾਵੇ ਤਾਂ ਸਮਝ ਲਓ ਕਿ ਅੱਧੀ ਦਿੱਲੀ ਰੁਕ ਗਈ, ਕਿਉਂਕਿ ਟ੍ਰੈਫਿਕ ਡਾਇਵਰਟ ਕਰਨਾ ਪੈਣਾ। ਟ੍ਰੈਫਿਕ ਡਾਇਵਰਟ ਕੀਤਾ, ਟ੍ਰੈਫਿਕ ਉੱਥੇ ਪਹਿਲਾਂ ਹੀ ਓਵਰਲੋਡ ਹੈ। ਠੀਕ ਹੈ ਜੀ, ਬੰਦ ਕਰ ਦਿੱਤਾ ਗਿਆ ਸਾਰੇ ਬਾਰਡਰ। ਹੁਣ ਇਸ ਕਰਕੇ ਬੰਦ ਕਰ ਦਿੱਤਾ ਕਿਉਂਕਿ ਦਿੱਲੀ ਦੇ ਵਿੱਚ ਐਂਟਰ ਕਰਨ ਦੇ ਰਸਤੇ ਕਈ ਨੇ। ਜੀ, ਹਰਿਆਣਾ 'ਚ ਐਂਟਰ ਕਰਨ ਦੇ ਤਾਂ 3-4 ਹੀ ਨੇ ਨਾ ਪੰਜਾਬ ਵੱਲੋਂ, ਦਿੱਲੀ 'ਚ ਕਈ ਨੇ। ਤੇ ਉਹ ਹੁਣ ਇਹ ਕੱਲ੍ਹ ਦੇਖਿਆ ਜਾ ਸਕੇਗਾ ਕਿ ਵੀ ਕੱਲ੍ਹ ਕਰਦੇ ਕੀ ਹੈ। ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜੇ ਹਰਿਆਣਾ ਸਰਕਾਰ ਨਹੀਂ ਰੋਕ ਸਕੀ ਉਹਨਾਂ ਨੂੰ, ਤੇ ਦਿੱਲੀ ਸਰਕਾਰ ਵੀ ਨਹੀਂ ਰੋਕ ਸਕੇਗੀ। ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਪੁਲਿਸ ਹੈ ਉਹ ਕੇਂਦਰ ਦੇ ਅੰਡਰ ਹੈ। ਇਹ ਸਟੇਟ ਪੁਲਿਸ ਹੈ। ਦਿੱਲੀ ਦੀ ਜਿਹੜੀ ਪੁਲਿਸ ਹੈਗੀ ਹੈ ਉਹ ਕੇਂਦਰ ਦੇ ਅੰਡਰ ਹੈ। ਉੱਥੇ ਕੇਂਦਰੀ ਰਿਜ਼ਰਵ ਪੁਲਿਸ ਵੀ ਹੈਗੀ ਹੈ, ਪੈਰਾ ਮਿਲਟਰੀ ਫੋਰਸ ਵੀ ਹੈਗੀ ਹੈ, ਦਿੱਲੀ ਦੀ ਪੁਲਿਸ ਵੀ ਹੈਗੀ, ਸਾਰੀ ਉੱਥੇ ਬਹੁਤ ਇੰਤਜ਼ਾਮ ਨੇ। ਇਹ ਜੇ ਕੱਲ੍ਹ ਕਿਸਾਨ ਉੱਥੋਂ ਨਿਕਲ ਜਾਂਦੇ ਨੇ ਫਿਰ ਡੇਰੇ ਜਿਹੜੇ ਹੈਗੇ ਉਹ ਦਿੱਲੀ ਦੇ ਵਿੱਚ ਜੰਮ ਜਾਣਗੇ, ਫਿਰ ਉਹਨਾਂ ਨੂੰ ਕੱਢਿਆ ਨਹੀਂ ਜਾ ਸਕਦਾ। ਜੀ। ਤੇ ਇਸ ਦੇ ਨਾਲ ਹੀ ਜੇ ਹੁਣ ਆਪਾਂ ਗੱਲ ਕਰੀਏ ਕਿਸਾਨਾਂ ਨੂੰ ਦਿੱਤੇ ਸੱਦੇ ਦੀ, ਕੇਂਦਰ ਵੱਲੋਂ ਇੱਕ ਪਹਿਲਾਂ ਮੀਟਿੰਗ ਹੋਈ ਸੀਗੀ 18 ਤਰੀਕ ਤੋਂ ਪਹਿਲੇ ਮੀਟਿੰਗ ਹੋਈ ਸੀ। ਉਸ ਤੋਂ ਬਾਅਦ ਅੱਜ ਦੀ ਸਥਿਤੀ ਨੂੰ ਦੇਖਦੇ ਹੋਏ ਕੱਲ੍ਹ ਹੀ ਕੇਂਦਰ ਵੱਲੋਂ 3 ਦਸੰਬਰ ਦਾ ਸੱਦਾ ਦਿੱਤਾ ਗਿਆ। ਤੁਹਾਨੂੰ ਲੱਗਦਾ ਕਿ ਇਸ ਤੋਂ ਬਾਅਦ ਕੁਝ ਹੋਵੇਗੀ, ਢਿੱਲ ਪਵੇਗੀ ਇਹਦੇ ਵਿੱਚ? ਕਿਉਂਕਿ ਪਹਿਲਾਂ ਵੀ ਕਾਫੀ ਮੀਟਿੰਗਾਂ ਹੋ ਚੁੱਕੀਆਂ, 2-3 ਹੋ ਚੁੱਕੀਆਂ ਆ। ਇਹਦੇ 'ਚ ਥੋੜ੍ਹੀ ਸਮੱਸਿਆ ਇਹ ਹੈਗੀ ਹੈ ਕਿ ਜਿਹੜੀਆਂ ਆਪਣੇ ਇੱਥੇ ਕਿਸਾਨ ਜਥੇਬੰਦੀਆਂ ਹੈਗੀਆਂ, 31 ਕਿਸਾਨ ਜਥੇਬੰਦੀਆਂ, ਉਹਨਾਂ 'ਚ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਨਾ, ਉਹ ਇਹਨਾਂ ਤੋਂ ਵੱਖਰੀ ਚੱਲ ਰਹੀ ਹੈ। ਉਹ ਨਾਲ ਨਹੀਂ ਚੱਲ ਰਹੀ ਇਹਨਾਂ ਦੇ। ਕਿਸਾਨ ਬਿੱਲ ਰੱਦ ਕਰਾਉਣ ਲਈ ਜਿਹੜਾ ਫੈਸਲਾ ਲੈਂਦੇ ਆ ਸੰਘਰਸ਼ ਕਮੇਟੀ, ਉਹਦੇ ਉਲਟ ਚੱਲ ਜਾਂਦੀ ਹੈ। ਜਦੋਂ ਟ੍ਰੇਨਾਂ ਚੱਲ ਪਈਆਂ ਉਹਨਾਂ ਕੇ ਸਵਾਰੀਆਂ ਵੀ ਚਲਾ ਲਓ ਤੁਸੀਂ, 15 ਦਿਨ ਦਾ ਤੁਹਾਨੂੰ ਟਾਈਮ ਦਿੰਦੇ, 15 ਦਿਨ ਚਲਾ ਲਓ, ਫਿਰ ਉਸ ਤੋਂ ਬਾਅਦ ਦੇਖਦੇ ਕੀ ਕਰਨਾ। ਤੇ ਉਹ ਜਿਸ ਦਿਨ ਪਹਿਲੇ ਦਿਨ ਹੀ ਟ੍ਰੇਨਾਂ ਆਈਆਂ ਵਾ ਤੇ ਉਹਨਾਂ ਨੇ ਰੋਕ ਲਈਆਂ, ਜੰਡਿਆਲੇ ਉਹਨਾਂ ਨੂੰ ਰੋਕ ਲਈਆਂ। ਜਦ ਤੱਕ ਇਹ ਆਪਸ ਦੇ ਵਿੱਚ ਸਾਰੇ ਇਕੱਠੇ, ਕਿਉਂਕਿ ਉਹ ਸਰਕਾਰ ਨੂੰ ਵੀ, ਜਿਹੜੀ ਕੇਂਦਰ ਸਰਕਾਰ ਹੈ ਉਹਨੂੰ ਵੀ ਇਹੀ ਲੱਗ ਰਿਹਾ ਕਿ ਜੇ ਅਸੀਂ
ਕੋਈ ਐਕਸ਼ਨ ਨਹੀਂ ਲੈਂਦੇ ਜਾਂ ਕੁਝ ਵੀ ਨਹੀਂ ਕਹਿੰਦੇ। ਤੇ ਪਹਿਲੀ ਤਾਂ ਗੱਲ ਹੈ ਕਿ ਉਹਨਾਂ ਨੂੰ ਇਹ ਲੱਗ ਰਿਹਾ ਕਿ ਇਹ ਆਪਸ 'ਚ ਇੱਕ ਨਹੀਂ ਹੈਗੇ ਜੀ, ਕਿਉਂਕਿ ਸਾਰਿਆਂ ਦਾ ਰੁਖ ਜਿਹੜਾ ਉਹ ਜਦੋਂ ਤੁਰਨਾ ਹੁੰਦਾ ਕਿਤੇ ਉਦੋਂ ਬੇਸ਼ੱਕ ਇਕੱਠੇ ਹੋ ਲੈਂਦੇ ਆ, ਲੇਕਿਨ ਵਿਚਾਰ ਸਾਰਿਆਂ ਦੇ ਅਲੱਗ-ਅਲੱਗ ਨੇ। ਅੱਜ ਵੀ BKU ਉਗਰਾਹਾਂ ਵੱਲੋਂ ਉੱਥੇ ਖਨੌਰੀ ਬਾਰਡਰ ਤੇ ਆਪਸ ਦੇ ਵਿੱਚ ਤਲਖੀ ਹੋਈ ਕਿ ਕੁਝ ਆਗੂ ਉਹਨਾਂ ਦੇ ਕਹਿੰਦੇ ਕਿ ਅਸੀਂ ਇੱਥੇ ਧਰਨਾ ਲਾਵਾਂਗੇ ਤੇ ਕੁਝ ਕਹਿ ਰਹੇ ਸੀਗੇ ਨਹੀਂ ਅਸੀਂ ਦਿੱਲੀ ਜਾਵਾਂਗੇ ਚਾਹੇ ਬੈਰੀਕੇਡ ਤੋੜ ਕੇ ਜਾਵਾਂਗੇ। ਇਸੇ ਨੂੰ ਲੈ ਕੇ ਕਿਤੇ ਨਾ ਕਿਤੇ ਵੀਕ ਪੁਆਇੰਟ ਜ਼ਰੂਰ ਹੈ ਇਹਨਾਂ ਦਾ। ਇਹ ਸਰਕਾਰਾਂ ਇਸ ਚੀਜ਼ ਨੂੰ ਨੋਟ ਕਰਦੀਆਂ ਨੇ ਕਿਉਂਕਿ ਸਰਕਾਰਾਂ ਜੋ ਅਸੀਂ ਸੋਚਦੇ ਆ ਨਾ, ਸਰਕਾਰਾਂ ਉਸ ਤੋਂ ਕਿਤੇ ਅੱਗੇ ਸੋਚਦੀਆਂ ਨੇ, ਉਹਨਾਂ ਨੇ ਬਹੁਤ ਕੁਝ ਸੋਚਣਾ ਹੁੰਦਾ ਵਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਮਾਈਨਸ ਪੁਆਇੰਟ ਨੇ। ਇਹ ਜੇ ਤਾਂ ਕਿਸਾਨਾਂ ਨੇ ਵਾਕਈ ਕੇਂਦਰ ਸਰਕਾਰ ਤੇ ਕਿਸੇ ਤਰ੍ਹਾਂ ਦਾ ਦਬਾਅ ਬਣਾਉਣਾ ਹੈ ਨਾ ਆਪਣੇ ਬਿੱਲ ਜਿਹੜੇ ਹੈਗੇ 3 ਇਹਨਾਂ ਨੂੰ ਰੱਦ ਕਰਾਉਣ ਵਾਸਤੇ, ਤੇ ਕਿਸਾਨਾਂ ਨੂੰ ਪਹਿਲਾਂ ਆਪ ਇੱਕਮਤ ਹੋਣਾ ਪੈਣਾ ਵਾ। ਜੀ ਬਿਲਕੁਲ। ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਹੈ ਕਿਸਾਨ ਮਜ਼ਦੂਰ, ਉਹਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਉਂ ਕਹਿੰਦੇ ਆ ਫਿਰ? ਕੱਲਾ ਮਜ਼ਦੂਰ ਸੰਘਰਸ਼ ਕਮੇਟੀ ਕਿਉਂ ਨਹੀਂ ਕਹਿੰਦੇ? ਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਪਾਂ ਉਹਨੂੰ ਕਹਿ ਰਹੇ ਆ ਤੇ ਇਹਦਾ ਮਤਲਬ ਇਹ ਹੈ ਕਿ ਉਹ ਕਿਸਾਨਾਂ ਨਾਲ ਰਲ ਕੇ ਚੱਲਣ। ਜੀ ਬਿਲਕੁਲ। ਠੀਕ ਹੈ ਨਾ। ਤੇ ਜਿਹੜੇ ਆ ਹੁਣ ਅੱਜ ਜੋ ਕੁਝ ਹੋਇਆ ਵਾ, ਜੋ ਇਹਨਾਂ ਨੇ ਜਿਸ ਜੋਸ਼ ਨਾਲ ਇੱਥੇ ਬੈਰੀਕੇਡਸ ਤੋੜੇ ਨੇ, ਜੇ ਦਿੱਲੀ 'ਚ ਇਦਾਂ ਹੁੰਦੇ ਲੇਕਿਨ ਉੱਥੇ ਸਥਿਤੀ ਕੁਝ ਹੋਰ ਹੋਣੀ ਹੈ। ਉੱਥੇ ਸਥਿਤੀ ਉਹ ਕੱਲ ਜਿਹੜਾ ਹੈ ਦੇਖੋ ਸਵੇਰ ਚੜ੍ਹਦੀ ਹੈ ਤੇ ਵੈਸੇ ਤਾਂ ਇਹਨਾਂ ਨੇ 7 ਦਿਨਾਂ ਦਾ ਟਾਈਮ ਦਿੱਤਾ ਤੇ ਲੇਕਿਨ ਮੈਨੂੰ ਨਹੀਂ ਲੱਗਦਾ ਕਿ 7 ਦਿਨ ਉਡੀਕ ਕੀਤੀ ਜਾਏਗੀ। ਇਹਨਾਂ ਨੇ ਕੱਲ ਤੋਂ ਹੀ ਉੱਥੇ ਜਿਹੜੇ ਚਾਲੇ ਹੈਗੇ ਆ ਦਿੱਲੀ ਵੱਲ ਪਾ ਦੇਣੇ, ਇਹਨਾਂ ਨੇ ਐਂਟਰੀ ਕਰਨੀ ਹੈ ਦਿੱਲੀ ਦੇ ਵਿੱਚ। ਬਾਕੀ ਦੇਖੋ ਕੱਲ ਸਵੇਰ ਚੜ੍ਹਦੀ ਹੈ ਤੇ ਕੀ ਕਰਦੇ ਅੱਜ ਰਾਤ ਨੂੰ ਉੱਥੇ ਕੀ ਹੁੰਦਾ, ਆਪਣੀ ਨਜ਼ਰ ਜਿਹੜੀ ਹੈਗੀ ਹੈ ਦੈਨਿਕ ਸਵੇਰਾ ਦੀ ਬਣੀ ਹੋਈ ਹੈ ਉਹਨਾਂ ਦੀ। ਦੈਨਿਕ ਸਵੇਰਾ ਟੀਮ ਹਮੇਸ਼ਾ ਇੱਕ ਪਲ ਪਲ ਦੀ ਖਬਰ ਤੁਹਾਨੂੰ ਦਿੰਦੀ ਰਹੀ ਹੈ। ਹੁਣੇ ਤੁਹਾਨੂੰ ਸਾਡੇ ਸੀਨੀਅਰ ਜਰਨਲਿਸਟ ਰਾਣਾ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਦੀ ਅੱਜ ਦੀ ਸਾਰੀ ਸਥਿਤੀ ਰਹੀ ਤੇ ਕੱਲ ਸਵੇਰੇ 8 ਵਜੇ ਜੋ ਕਿਸਾਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਉਹ ਦਿੱਲੀ ਕੂਚ ਕਰਨਗੇ ਤੇ ਦਿੱਲੀ ਦੇ ਹੁਣ ਤੋਂ ਹੀ ਬਾਰਡਰ ਬੰਦ ਕਰ ਦਿੱਤੇ ਗਏ ਨੇ। ਦੱਸ ਦਈਏ ਕਿ ਦਿੱਲੀ ਦੇ ਹੁਣ ਤੋਂ ਹੀ ਬਾਰਡਰ ਬੰਦ ਕਰ ਦਿੱਤੇ ਨੇ, ਨਾ ਤਾਂ ਕੋਈ ਵੀ ਪਰਸਨ ਦਿੱਲੀ ਦੇ ਵਿੱਚ ਐਂਟਰ ਕਰ ਪਾ ਰਿਹਾ ਤੇ ਨਾ ਹੀ ਦਿੱਲੀ ਤੋਂ ਬਾਹਰ ਜਾ ਪਾ ਰਿਹਾ। ਤੇ ਇਸੇ ਨੂੰ ਲੈ ਕੇ ਹੁਣ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ। ਹਰ ਵੱਡੀ ਖਬਰ, ਹਰ ਛੋਟੀ ਤੋਂ ਲੈ ਕੇ ਵੱਡੀ ਖਬਰ ਦੀ ਸਾਨੂੰ ਅਪਡੇਟ ਦਿੰਦੇ ਰਵਾਂਗੇ। ਕਿਸਾਨਾਂ ਦੇ ਅੰਦੋਲਨ ਨਾਲ ਜੁੜੀ ਹੋਈ ਹਰ ਖਬਰ ਦੇ ਉੱਤੇ ਨਜ਼ਰ।